ਸਾਡੇ ਨਾਲ जुड़ रहे हैं बीजेपी के आगू ने। ग्रेवाल साहब बहुत बहुत स्वागत है। राम रहीम ਨੂੰ ਪੈਰੋਲ सवाल हरियाणा सरकार ਤੇ खड़े हो रहे हैं, सवाल टाइमिंग ਨੂੰ लेके खड़े हो रहे हैं और जथेदार श्री अकाल तख्त साहब ने बहुत ਵੱਡਾ सवाल खड़ा किया है कि ਇਹ ਜਿਹੜੀ ਪੈਰੋਲ ਦਿੱਤੀ ਗਈ ਹੈ एक बलात्कारी ਦੇ ਲਈ देश ਦਾ ਕਾਨੂੰਨ ਵੱਖਰਾ ਨਜ਼ਰ ਆਉਂਦਾ ਹੈ और ਉਹ ਬੰਦੀ ਸਿੰਘ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲੀਆਂ ਨੇ ਉਹਨਾਂ ਦੇ ਲਈ ਕਾਨੂੰਨ ਜਿਹੜਾ ਹੈਗਾ ਵੱਖਰਾ ਨਜ਼ਰ ਆਉਂਦਾ ਹੈ। ਪਹਿਲੀ ਗੱਲ ਤਾਂ ਜਥੇਦਾਰ ਸਾਹਿਬ ਬਹੁਤ ਸਤਿਕਾਰਯੋਗ ਨੇ, ਮੈਂ ਉਹਨਾਂ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਮੈਨੂੰ ਬੜਾ ਅਫਸੋਸ ਆ ਕਿ ਇਹ ਦੇਸ਼ ਜਿਹੜਾ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਹੈ ਔਰ ਇਸ ਦੇਸ਼ ਦੇ ਅੰਦਰ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੁੰਦਾ ਔਰ ਸੰਵਿਧਾਨ ਜਿਹੜਾ ਹੈਗਾ ਕਾਨੂੰਨ ਉਸ ਦੇ ਮੁਤਾਬਕ ਹੀ ਕੰਟਰੀ ਚੱਲਦਾ। ਇਹ ਇਸ ਤਰ੍ਹਾਂ ਦੀ ਗੱਲ ਇਸ ਤਰ੍ਹਾਂ ਦੇ ਵਿਅਕਤੀ ਵੱਲੋਂ ਕਹਿਣਾ ਮੈਂ ਸਮਝਦਾ ਕਿ ਉਹ ਲੋਕਤੰਤਰ ਦੇ ਲਈ ਠੀਕ ਨਹੀਂ ਹੈ ਔਰ ਉਹਨਾਂ ਤੋਂ ਬਹੁਤ ਸਾਰੇ ਲੋਕ ਪ੍ਰੇਰਨਾ ਲੈਂਦੇ ਜਥੇਦਾਰ ਸਾਹਿਬ ਤੋਂ, ਪਰ ਦੇਸ਼ ਦਾ ਕਾਨੂੰਨ ਆ ਔਰ ਉਹਨਾਂ ਦਾ ਵੀ ਅਧਿਕਾਰ ਆ। ਤੇ ਹੁਣ ਜਿਹੜੇ ਬੰਦੀ ਸਿੱਖਾਂ ਦੀ ਗੱਲ ਕਰਦੇ ਆ ਉਹਨਾਂ ਨੇ ਵੀ ਤਾਂ ਉਹ ਇੱਕ ਤਰ੍ਹਾਂ ਦੇ ਕ੍ਰਿਮੀਨਲ ਸੀ ਤੇ ਉਹਨਾਂ ਦੇ ਐਕਟ ਕਿਸੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਦੀ ਹੱਤਿਆ ਕਰ ਦੇਣਾ ਜਾਂ ਬਾਕੀ ਕਿਸੇ ਦੀ ਹੱਤਿਆ ਕਰ ਦੇਣਾ ਉਹਨੂੰ ਅਸੀਂ ਐਪਰੀਸ਼ੀਏਟ ਨਹੀਂ ਕਰ ਸਕਦੇ ਔਰ ਸਿੱਖ ਧਰਮ 'ਚ ਉਹਦੀ ਪ੍ਰਸ਼ੰਸਾ ਨਹੀਂ ਕੀਤੀ ਜਾ ਸਕਦੀ। ਔਰ ਦੂਸਰੀ ਗੱਲ ਜਿਹੜੀ ਆ ਜਿਹੜੇ ਬਲਾਤਕਾਰੀ ਲਈ ਸੌਖਤ ਹੋ ਸਕਦੇ ਆ ਸਰ। ਇੱਕ ਮਿੰਟ ਉਹਨਾਂ ਦੇ ਸਾਰਿਆਂ ਦੇ ਆਪਣੇ ਅਧਿਕਾਰ ਨੇ। ਅੱਜ ਬੰਦੀ ਸਿੱਖਾਂ ਦੀ ਵੀ ਗੱਲ ਕਰਦੇ ਉਹਨਾਂ ਦੇ ਵੀ ਆਪਣੇ ਅਧਿਕਾਰ ਨੇ। ਉਹਨਾਂ ਨੇ ਇਹੀ ਤਾਂ ਤਰਕ ਦਿੱਤਾ ਨਾ ਗਰੇਵਾਲ ਸਾਹਿਬ। ਗੱਲ ਤਾਂ ਸੁਣ ਲਓ, ਮੈਂ ਦੱਸ ਮੇਰੀ ਗੱਲ ਤਾਂ ਸੁਣ ਲਓ, ਮੈਨੂੰ ਗੱਲ ਪੂਰੀ ਨਹੀਂ ਕਰਨ ਦੇ ਰਹੇ ਸਰ। ਐਡ ਔਨ ਕਰ ਰਿਹਾ ਨਾ, ਮੈਂ ਐਡ ਔਨ ਕਰ ਰਿਹਾ। ਉਹਨਾਂ ਨੇ ਤਰਕ ਦਿੱਤਾ ਹੈ, ਉਹਨਾਂ ਨੇ ਤਰਕ ਇਹ ਦਿੱਤਾ ਕਿ ਇੱਕ ਅਜਿਹਾ ਸ਼ਖਸ ਜਿਹੜਾ ਹਾਰਡਕੋਰ ਕ੍ਰਿਮੀਨਲ ਰਿਹਾ ਹੋਵੇ, ਜਿਸਨੇ ਦਰਜਨ ਵਾਰ ਜਿਹੜਾ ਹੈਗਾ ਪਲੀ ਲਾਈ ਹੋਵੇ ਪੈਰੋਲ ਦੀ, ਦਰਜਨ ਵਾਰ ਉਸ ਦੀ ਪਲੀ ਰਿਜੈਕਟ ਹੁੰਦੀ ਰਹੀ ਹੋਵੇ, ਇੱਕੋ ਸਾਲ ਦੇ ਵਿੱਚ ਫਿਰ ਅਜਿਹਾ ਕੀ ਹੋ ਜਾਂਦਾ ਹੈ ਕਿ ਉਹ ਹਾਰਡਕੋਰ ਕ੍ਰਿਮੀਨਲ ਤੋਂ ਉਸ ਨੂੰ ਫਿਰ ਫਰਲੋ ਵੀ ਮਿਲਣੀ ਸ਼ੁਰੂ ਹੋ ਜਾਂਦੀ ਹੈ, ਪੈਰੋਲ ਵੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਦੂਜੇ ਪਾਸੇ ਸਵਾਲ ਇਹ ਖੜੀ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਮਸਾ 1 ਘੰਟੇ ਦੀ ਪੈਰੋਲ ਜਿਹੜਾ ਹੈਗਾ ਕਿਸੇ ਨੂੰ ਮਿਲੀ ਜਾਂ ਕਿਸੇ ਨੂੰ ਤਾਂ ਮਿਲੀ ਹੋਈ ਨਹੀਂ। ਅਜਿਹਾ ਕਿਉਂ? ਪੈਰੋਲ ਜਦੋਂ ਇਹ ਕਿਹਾ ਜਾਂਦਾ ਹੈ ਕਿ ਕੈਦੀ ਦਾ ਰਾਈਟ ਹੈ, ਫਿਰ ਅਜਿਹਾ ਕਿਉਂ? ਇਹ ਡਿਸਕ੍ਰਿਮੀਨੇਸ਼ਨ ਕਿਉਂ? ਦੇਖੋ, ਕੋਈ ਡਿਸਕ੍ਰਿਮੀਨੇਸ਼ਨ ਨਹੀਂ। ਰਾਮ ਰਹੀਮ ਕਾਨੂੰਨ ਦੇ ਲਈ ਕੋਈ ਖਤਰਾ ਨਹੀਂ ਹੈ ਤੇ ਕਾਨੂੰਨ ਨੇ ਦੇਖ ਕੇ ਹੀ ਮਾਨਯੋਗ ਅਦਾਲਤਾਂ ਜਾ ਸਕਦੇ ਆ। ਜਿਨ੍ਹਾਂ ਨੂੰ ਇਸ ਤੇ ਵਿਰੋਧ ਹੋਵੇ, ਜਿਹੜੇ ਇਹ ਚਾਹੁੰਦੇ ਹੋਣ ਕਿ ਨਾ ਹੋਵੇ, ਇਹ ਗਲਤ ਹੋਇਆ, ਤਾਂ ਮਾਨਯੋਗ ਅਦਾਲਤਾਂ ਨੂੰ ਪਹੁੰਚ ਕੀਤੀ ਜਾ ਸਕਦੀ ਹੈ, ਪਰ ਮਾਨਯੋਗ ਅਦਾਲਤਾਂ ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ। ਔਰ ਦੇਸ਼ ਦਾ ਕਾਨੂੰਨ ਜਿਹੜਾ ਹੈਗਾ ਉਹ ਸਭ ਦੇ ਲਈ ਇੱਕ ਬਰਾਬਰ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਅਸੀਂ ਸਮਝਦੇ ਹਾਂ ਕਿ ਇਹਦੇ ਨਾਲ ਲੋਕਤੰਤਰ ਕਮਜ਼ੋਰ ਹੁੰਦਾ ਹੈ, ਹੈਲਦੀ ਡੈਮੋਕ੍ਰੇਸੀ ਦੀ ਨਿਸ਼ਾਨੀ ਨਹੀਂ ਹੈ। ਸਾਨੂੰ ਸਾਰਿਆਂ ਨੂੰ ਦੇਸ਼ ਦੇ ਕਾਨੂੰਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਔਰ ਇਸ ਦੇ ਅੰਦਰ ਮੈਂ ਇਹ ਸਮਝਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਫੈਲਾਉਣੀਆਂ ਉਹ ਠੀਕ ਨਹੀਂ ਹੈ ਆਪਸ 'ਚ। ਔਰ ਕੋਈ ਵੀ ਐਸਜੀਪੀਸੀ ਨੂੰ ਕਹਿ ਸਕਦੇ ਨੇ ਕਿ ਜਾਓ ਕੋਰਟ ਦੇ ਵਿੱਚ ਜਾਓ, ਮਾਨਯੋਗ ਹਾਈ ਕੋਰਟ ਵੀ ਹੈ, ਮਾਨਯੋਗ ਸੁਪਰੀਮ ਕੋਰਟ ਵੀ ਹੈ, ਤੇ ਜੇ ਕੁਝ ਗਲਤ ਹੋਇਆ ਹੋਏਗਾ ਤਾਂ ਸਰਕਾਰ ਨੂੰ ਡਾਇਰੈਕਸ਼ਨ ਆਏਗੀ। ਜਿਸ ਤਰ੍ਹਾਂ ਹੁਣ ਕੇਜਰੀਵਾਲ ਜੀ ਨੇ ਗਲਤ ਕੇਸ ਰਜਿਸਟਰ ਕੀਤੇ ਸੀ ਕੁਮਾਰ ਵਿਸ਼ਵਾਸ ਵਗੈਰਾ ਤੇ, ਉਹ ਮਾਨਯੋਗ ਅਦਾਲਤਾਂ ਨੇ FIR ਰੱਦ ਕਰਤੀਆਂ ਨਾ। ਇਸੇ ਤਰ੍ਹਾਂ ਹੀ ਜੇ ਕੁਝ ਗਲਤ ਹੋਇਆ ਹੋਏਗਾ ਤਾਂ ਜ਼ਰੂਰ ਉਹਨਾਂ ਨੂੰ ਅਪਰੋਚ ਕਰਨੀ ਚਾਹੀਦੀ ਹੈ, ਪਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਇਸ ਤਰ੍ਹਾਂ ਦੇ ਇੱਕ ਹੋਰ ਜਿਹੜਾ ਟਾਈਮਿੰਗ ਨੂੰ ਲੈ ਕੇ ਸਵਾਲ ਉੱਠਦੇ ਆ ਕਿ ਜ਼ਿਮਨੀ ਚੋਣ ਆਈ ਤਾਂ ਰਾਮ ਰਹੀਮ ਬਾਹਰ ਆ ਗਿਆ, ਪਹਿਲਾਂ ਫਰਵਰੀ ਵਿੱਚ ਚੋਣਾਂ ਸੀਗੀਆਂ ਤਾਂ ਰਾਮ ਰਹੀਮ ਬਾਹਰ ਆ ਗਿਆ। ਇਹ ਟਾਈਮਿੰਗ ਇਸ ਤਰ੍ਹਾਂ ਮੈਚ ਕਿਉਂ ਕਰਦੀ ਹੈ? ਇੱਕ ਮਿੰਟ, ਜ਼ਿਮਨੀ ਚੋਣ ਇੰਨਾ ਮਹੱਤਵ ਨਹੀਂ ਰੱਖਦੀ ਜਿੰਨੀ ਗੱਲ ਪੰਚਾਇਤ ਚੋਣਾਂ ਵੀ ਵਧਾ ਰਹੇ ਹੋ। ਔਰ ਨਾ ਹੀ ਕੋਈ ਟਾਈਮਿੰਗ ਦੀ ਗੱਲ ਆ, ਨਾ ਕਿਸੇ ਚੀਜ਼ ਦੀ ਗੱਲ ਆ। ਇਹ ਕਾਨੂੰਨ ਸੰਮਤ ਕੰਮ ਆ। ਕਾਨੂੰਨ ਸਾਰਿਆਂ ਲਈ ਇਕਸਾਰ ਆ। ਕਾਨੂੰਨ ਉਹਨਾਂ ਨੂੰ ਅਧਿਕਾਰ ਦਿੰਦਾ ਪੈਰੋਲ ਦਾ, ਤੇ ਉਸ ਤੇ ਪੈਰੋਲ ਮਿਲੀ ਹੈ। ਜੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਉਹ ਮਾਨਯੋਗ ਅਦਾਲਤਾਂ ਜਾ ਕੇ ਅਪਰੋਚ ਕਰ ਲੈਣ। ਪਰ ਇਸ ਤਰ੍ਹਾਂ ਆਖਰੀ ਸਵਾਲ ਸਰ ਗਰੇਵਾਲ ਸਾਹਿਬ, ਇੱਕ ਆਖਰੀ ਸਵਾਲ। ਪੈਰੋਲ ਤੇ ਬਹੁਤ ਸਾਰੇ ਲੋਕ ਬਾਹਰ ਆਉਂਦੇ ਰਹੇ ਨੇ, ਪਹਿਲਾਂ ਕਈ ਸਾਰੇ ਓਮ ਪ੍ਰਕਾਸ਼ ਚੌਟਾਲਾ ਦਾ ਅਸੀਂ ਜ਼ਿਕਰ ਕਰ ਰਹੇ ਸੀਗੇ, ਸਾਬਕਾ ਮੁੱਖ ਮੰਤਰੀ ਸੀਗੇ ਹਰਿਆਣਾ ਦੇ, ਕਿਸੇ ਵੇਲੇ ਤੁਹਾਡੀ ਪਾਰਟੀ ਦੇ ਨਾਲ ਗੱਠਜੋੜ ਸੀਗਾ ਉਹਨਾਂ ਦਾ ਔਰ ਉਸੇ ਵਿੱਚ ਉਹਨਾਂ ਦੀ ਸਰਕਾਰ ਸੀਗੀ। JBT ਟੀਚਰ ਘੁਟਾਲਾ ਹੋਇਆ, ਉਸ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ, ਪੈਰੋਲ ਤੇ ਬਾਹਰ ਆਏ। ਪਰ ਓਮ ਪ੍ਰਕਾਸ਼ ਚੌਟਾਲਾ ਨੇ ਵੀ ਬਾਹਰ ਆਉਣ ਤੇ, ਪੈਰੋਲ ਤੇ ਬਾਹਰ ਆਉਣ ਤੇ ਵੀ ਪਬਲਿਕ ਮੀਟਿੰਗ ਨੂੰ ਕਦੇ ਵੀ ਐਡਰੈਸ ਨਹੀਂ ਸੀ ਕੀਤਾ। ਰਾਮ ਰਹੀਮ ਬਾਹਰ ਆਉਂਦੇ ਹੀ ਕੁਝ ਹੀ ਮਿੰਟਾਂ ਦੇ ਵਿੱਚ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਸੁਨੇਹੇ ਦੇਣੇ ਸ਼ੁਰੂ ਕਰ ਦਿੰਦੇ ਆ ਆਪਣੇ ਡੇਰਾ ਫੋਲੋਅਰਸ ਦੇ ਲਈ। ਇਸ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ? ਕਿ ਇਹ ਸਹੀ ਹੈ ਜਾਂ ਗਲਤ ਹੈ? ਜੇ ਗਲਤ ਹੈ ਤਾਂ ਕੋਰਟ 'ਚ ਜਾ ਸਕਦੇ ਆ ਜਿਹਨੂੰ ਵੀ ਇਹਦੇ ਤੇ ਵਿਰੋਧ ਹੋਵੇ। ਮੈਨੂੰ ਤਾਂ ਕੁਝ ਗਲਤ ਨਹੀਂ ਲੱਗਿਆ ਇਹਦੇ 'ਚ, ਤੇ ਜੇ ਕਿਸੇ ਨੂੰ ਗਲਤ ਲੱਗਦਾ ਉਹ ਜ਼ਰੂਰ ਮਾਨਯੋਗ ਅਦਾਲਤ ਜਾ ਕੇ ਪਹੁੰਚ ਕਰਨ ਔਰ ਅਦਾਲਤਾਂ ਇਨਸਾਫ ਦਿੰਦੀਆਂ ਨੇ। ਇਸ ਮੁਲਕ ਦੇ ਅੰਦਰ ਜਿਹੜਾ ਹੈਗਾ ਇਹ ਡੈਮੋਕ੍ਰੇਸੀ ਦਾ ਇੱਕ ਪਿਲਰ ਆ, ਨਿਆਂਪਾਲਿਕਾ ਵੀ ਔਰ ਪੱਤਰਕਾਰਤਾ ਜਿਹੜੀ ਹੈ, ਤੁਹਾਡਾ ਮੀਡੀਆ ਵੀ। ਤੇ ਇਸ ਲਈ ਤੁਸੀਂ ਗੱਲ ਉਠਾ ਰਹੇ ਹੋ ਤੇ ਕਿਸੇ ਨੂੰ ਅਦਾਲਤ ਜਾਣਾ ਚਾਹੀਦਾ, ਤੇ ਜੇ ਅਦਾਲਤ ਕੋਈ ਰੋਕ ਲਗਾਏਗੀ ਤਾਂ ਅਸੀਂ ਉਸ ਦਾ ਵੀ ਸਤਿਕਾਰ ਕਰਾਂਗੇ। ਮੈਂ ਤਾਂ ਅਦਾਲਤਾਂ ਦੇ ਫੈਸਲਿਆਂ ਦਾ, ਮੇਰੇ ਖਿਲਾਫ ਵੀ ਕੋਈ ਫੈਸਲਾ ਆਵੇ
ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਆ, ਅਸੀਂ ਤਾਂ ਉਹਦਾ ਸਵਾਗਤ ਕਰਾਂਗੇ ਤੇ ਦੁਬਾਰਾ ਬਹੁਤ ਅਪੀਲ ਕਰਾਂਗੇ। ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਸਾਡੇ ਨਾਲ ਗੱਲ ਕਰਨ ਦੇ ਲਈ। ਹਰਜੀਤ ਸਿੰਘ ਗਰੇਵਾਲ ਸਾਹਿਬ ਬੀਜੇਪੀ ਦੇ ਆਗੂ, ਉਹਨਾਂ ਨੂੰ ਸਭ ਕੁਝ ਸਹੀ ਲੱਗਦਾ ਹੈ ਕਿ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ, ਉਹ ਵੀ ਠੀਕ ਹੈ। ਬੰਦੀ ਸਿੰਘਾਂ ਨੂੰ ਨਹੀਂ ਦਿੱਤੀ ਗਈ, ਉਹ ਵੀ ਕਾਨੂੰਨ ਦਾ ਕੰਮ ਹੈਗਾ। ਜਿਹਨੂੰ ਇਤਰਾਜ਼ ਹੈਗਾ ਉਹ ਅਦਾਲਤ ਦੇ ਵਿੱਚ ਜਾ ਕੇ ਚੈਲੰਜ ਕਰ ਸਕਦਾ ਹੈ। ਰਾਮ ਰਹੀਮ ਬਾਹਰ ਆ ਕੇ ਆਪਣੇ ਫੋਲੋਅਰਸ ਨੂੰ ਐਡਰੈਸ ਕਰਦੇ ਨੇ, ਉਹ ਵੀ ਉਹਨਾਂ ਨੂੰ ਸਹੀ ਲੱਗਦਾ ਹੈ। ਜਿਹਨੂੰ ਇਸ ਤੇ ਇਤਰਾਜ਼ ਹੈਗਾ ਉਹ ਵੀ ਕਾਨੂੰਨ ਦਾ ਦਰਵਾਜ਼ਾ ਖੜਕਾ ਸਕਦਾ ਹੈ, ਅਦਾਲਤ ਦਾ ਦਰਵਾਜ਼ਾ ਜਿਹੜਾ ਹੈਗਾ ਉਹ ਖੜਕਾ ਸਕਦਾ ਹੈ। ਸੋ ਹਰਜੀਤ ਸਿੰਘ ਗਰੇਵਾਲ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਸੀ, ਜਿਨ੍ਹਾਂ ਨੂੰ ਇਹ ਸਾਰਾ ਕੁਝ ਠੀਕ ਲੱਗਦਾ। ਆਮ ਆਦਮੀ ਪਾਰਟੀ ਦੇ ਬੁਲਾਰੇ ਹਾਲਾਂਕਿ ਇਹ ਕਹਿ ਰਹੇ ਸੀਗੇ ਕਿ ਉਹ ਬਦਲਾਅ ਦੀ ਰਾਜਨੀਤੀ ਕਰਨ ਲਈ ਆਏ ਨੇ। ਹਾਲਾਂਕਿ ਸਿੱਧਾ ਜਵਾਬ ਉਹਨਾਂ ਨੇ ਨਹੀਂ ਦਿੱਤਾ ਕਿ ਉਹਨਾਂ ਦੇ ਆਗੂ ਡੇਰੇ ਵਿੱਚ ਜਾਣਗੇ ਜਾਂ ਨਹੀਂ ਜਾਣਗੇ। ਉਹ ਇੰਨਾ ਕਹਿੰਦੇ ਹੋਏ ਜ਼ਰੂਰ ਨਜ਼ਰ ਆਏ ਕਿ ਡਿਵੈਲਪਮੈਂਟ ਦੀ ਗੱਲ ਜਿੱਥੇ ਹੋਏਗੀ ਅਸੀਂ ਉੱਥੇ ਤਾਂ ਜਾਵਾਂਗੇ, ਡੇਰੇ ਵਿੱਚ ਵੋਟਾਂ ਮੰਗਣ ਲਈ ਜਾਣਗੇ ਜਾਂ ਨਹੀਂ ਜਾਣਗੇ ਇਸ ਨੂੰ ਲੈ ਕੇ ਉਹ ਸਿੱਧਾ ਕਹਿਣ ਤੋਂ ਗੁਰੇਜ਼ ਕਰਦੇ ਹੋਏ ਨਜ਼ਰ ਆਏ। ਸਵਾਲ ਇਸ ਗੱਲ ਨੂੰ ਲੈ ਕੇ ਉੱਠ ਰਹੇ ਨੇ ਕਿ ਰਾਮ ਰਹੀਮ ਨੂੰ ਜਿਸ ਤਰੀਕੇ ਪੈਰੋਲ ਦਿੱਤੀ ਗਈ ਹੈ, ਜਿਸ ਤਰੀਕੇ ਟਾਈਮਿੰਗ ਜਿਹੜੀ ਹੈਗੀ ਹੈ, ਉਸ ਟਾਈਮਿੰਗ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ। ਔਰ ਸਵਾਲ ਸਭ ਤੋਂ ਵੱਡਾ ਉਹ 2 ਮਿੰਟ 10 ਸੈਕਿੰਡ ਦਾ ਸੁਨੇਹਾ ਜਿਹੜਾ ਰਾਮ ਰਹੀਮ ਨੇ ਜਾਰੀ ਕੀਤਾ ਹੈ ਆਪਣੇ ਫੋਲੋਅਰਸ ਦੇ ਲਈ, ਕੀ ਕਿਹਾ ਹੈ ਇਹ ਸੁਣਾ ਦਿੰਦੇ ਹਾਂ ਇੱਕ ਵਾਰ। दिया मेरे रहमत से नवाजे। और आपने पहले की तरह जैसे आपको बोला था कि आप मानते रहना अपने अपने घरों में, जैसे भी आपको बताएंगे जिम्मेवार लोग उसके अकॉर्डिंग करना है, मन मर्जी नहीं करनी, भगदड़ नहीं करनी। सो ये आप ज़रूर मानिएगा हमारी बात, हमेशा मानते हैं, हमें गर्व है आप लोगों पे, हमारे बच्चों पे बहुत गर्व है। सो परमपिता परमात्मा और बहुत ज़्यादा खुशियाँ दे आपको। सो आपके दर्शनों के लिए यहाँ पे आ गए हैं, तो दर्शन चलते रहेंगे, बातें होती रहेंगी, सारी बातें करेंगे आपसे, लेकिन आपने माननी है बात। हमें पता है, कहने की ज़रूरत नहीं इतनी बार, कि जिम्मेवार आपको जैसे कहेंगे उसके अकॉर्डिंग आप लोगों ने चलना है, उसके अकॉर्डिंग बात करनी है। तो अभी बस थोड़ी देर पहले ही पहुँचे हम यहाँ पे। मालिक आपको बहुत खुशियाँ दे। वो समुंदर आपको याद ही होंगे तो समुंदर ऐसा ना ज़्यादा भी हो जाते हैं तो ज़्यादा बढ़ के आएंगे, फिक्र मत करो, और ज़्यादा खुशियाँ आएंगी। तो ये हम यहाँ पे खड़े हुए हैं और ये तेरावास यूपी का आप देख ही रहे हैं सारे, पता तो आपको चल ही गया। तो बहुत बहुत आशीर्वाद, फिर बात करेंगे, बातें करते ही रहेंगे आप लोगों से, बस आप जुड़े रहना, बातें करते रहना। और छोटे बच्चों को भी बहुत आशीर्वाद, जवानों को भी आशीर्वाद, और बुजुर्गों को की। हमारे तो सारे ही बच्चे हैं। जैसे एक बच्चे ने पूछ लिया था, उसके साथ उसके पापा थे, दादा थे, कहने लगा गुरुजी पिताजी, मैं भी पिताजी कहता हूँ, मेरा पापा भी पिताजी कहता है और मेरा दादा भी कहता है। तो हमने कहा बेटा, कहता ये चक्कर क्या है? हमने कहा बेटा जो तेरी समझ में नहीं आएगा पर बता देते हैं, संत जो होते हैं उनके लिए भगवान की औलाद अपनी औलाद होती है, तो इसलिए पिताजी कहते हैं सारे, क्योंकि हमारे सारे बच्चे हैं जो भगवान की औलाद हैं, वो हमारी औलाद हैं। तो सारों को आशीर्वाद, सारी भगवान की औलाद को आशीर्वाद, भगवान सबको खुशियां दे अंदर बाहर से। ਉਹ ਖੜੇ ਹੋ ਰਹੇ ਨੇ ਔਰ ਸਵਾਲ ਖੜੇ ਕਰਨ ਵਾਲਿਆਂ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਨੇ। ਹਰਜਿੰਦਰ ਸਿੰਘ ਧਾਮੀ ਨੇ ਰਾਮ ਰਹੀਮ ਨੂੰ ਪੈਰੋਲ ਤੇ ਸਵਾਲ ਚੁੱਕੇ ਨੇ, ਕਿਉਂਕਿ ਆ ਬੈਠੀ ਗੱਲ ਕਈ ਵਾਰੀ ਅੰਦਰ ਵੜਦੀ ਨਹੀਂ। ਇੱਕ ਬੰਦਾ ਮਾਰਚ ਤੋਂ ਲੈ ਕੇ ਅਕਤੂਬਰ ਤੱਕ 3 ਵਾਰੀ ਪੈਰੋਲ ਤੇ ਆ ਗਿਆ ਤੇ ਸ਼ਾਇਦ 3 ਸਾਲਾਂ ਬਾਅਦ ਛੱਡ ਹੀ ਦੇਣ ਉਹਨੂੰ। ਇਹ ਕਿੱਦਾਂ ਦਾ ਕਾਨੂੰਨ ਆ ਵੀ ਜੇ ਅਸੀਂ 30 ਸਾਲ ਦੇ ਲਈ ਕਹਿੰਦੇ ਪੈਰੋਲ ਤੇ ਇਨਕਾਰ ਆ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਲਈ ਇਨਕਾਰ ਆ, ਤੇ ਉਹ ਕਿਹੜਾ ਸ਼ੀਸ਼ੇ 'ਚ ਪੜਿਆ ਜਿਹਨੇ ਸਭ ਤੋਂ ਘਿਨਾਉਣੇ ਸਮਾਜ ਦੇ ਵਿੱਚ, ਜਿਹਨੂੰ ਅੱਜ ਆਪਾਂ ਕਹਿੰਦੇ ਬੜੀ ਨਫ਼ਰਤ ਭਰੀ ਵੀ ਜਿਹੜੇ ਰੇਪਿਸਟ ਤੇ ਜਿਹੜੇ ਮਰਡਰਰ ਹੁਣ ਉਹ ਜਿਹੜੇ ਅੱਜ ਉਹ ਰਿਹਾ ਹੋ ਰਹੇ। ਤੇ ਸਾਡੇ ਤਾਂ ਫਿਰ ਬੋਲਦੇ ਅਸੀਂ ਤਾਂ ਵੀ ਔਖੇ, ਜੇ ਨਹੀਂ ਬੋਲਦੇ ਫਿਰ ਬੋਲੀਏ ਵੀ ਕਿੱਥੇ।